ਸਤਿ ਸ਼੍ਰੀ ਅਕਾਲ ਜੀ। ਇਹ ਥਰਡ ਚੈਪਟਰ ਦ ਕਲਾਈਮੇਟ। ਪਾਠ ਦਾ ਦੂਸਰਾ ਭਾਗ ਹੈ। ਜੇਕਰ ਤੁਸੀਂ ਅਜੇ ਪਹਿਲਾ ਭਾਗ ਦੀ ਵੀਡੀਓ ਨਹੀਂ ਦੇਖੀ ਤਾਂ ਉਸ ਨੂੰ ਦੇਖਣ ਦੇ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਗਿਆ। ਤਾਂ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਇੰਡੀਅਨ ਮੌਨਸੂਨ ਸਿਸਟਮ ਜਾਂ ਭਾਰਤੀ ਮਾਨਸੂਨ ਪ੍ਰਣਾਲੀ। ਤਾਂ ਇੱਥੇ ਜੋ ਵਰਡ ਮੌਨਸੂਨ ਹੈਗਾ, ਇਸ ਨੂੰ ਇੰਗਲਿਸ਼ ਦੇ ਵਿੱਚ ਵੀ ਮੌਨਸੂਨ ਹੀ ਬੋਲਿਆ ਜਾਂਦਾ। ਤਾਂ ਮੌਨਸੂਨ ਸ਼ਬਦ ਹੈ ਜੋ ਇਹ ਅਰਬੀ ਭਾਸ਼ਾ ਦੇ ਸ਼ਬਦ ਮੌਸਮ ਤੋਂ ਬਣਿਆ। ਤਾਂ ਸੀਜ਼ਨ ਚੇਂਜ ਹੋਣ ਦੇ ਨਾਲ ਜਾਂ ਮੌਸਮ ਚੇਂਜ ਹੋਣ ਦੇ ਨਾਲ ਜੋ ਉੱਥੋਂ ਦਾ ਟੈਂਪਰੇਚਰ ਆ, ਹਿਊਮਿਡਿਟੀ ਆ, ਪ੍ਰੈਸ਼ਰ ਆ ਤੇ ਡਾਇਰੈਕਸ਼ਨ ਆਫ ਲੋਕਲ ਵਿੰਡਸ ਆ, ਭਾਵ ਕਿ ਤਾਪਮਾਨ, ਨਮੀ, ਦਬਾਅ ਤੇ ਜੋ ਪੌਣਾ ਦਾ ਦਿਸ਼ਾ ਗੀ, ਉਹਨਾਂ ਦੇ ਵਿੱਚ ਜੋ ਬਦਲਾਵ ਆਉਂਦਾ ਉਸ ਨੂੰ ਕਿਹਾ ਜਾਂਦਾ ਜੀ ਮੌਨਸੂਨ। ਤਾਂ ਥੋੜੇ ਸਮੇਂ ਬਾਅਦ ਚੱਲਣ ਵਾਲੀਆਂ ਪੌਣਾ ਵਿੰਡਸ ਨੂੰ ਹੀ ਮੌਸਮੀ ਜਾਂ ਮੌਨਸੂਨ ਪੌਣਾ ਕਿਹਾ ਜਾਂਦਾ। ਤੇ ਇਹ ਜੋ ਮੌਨਸੂਨ ਵਿੰਡਸ ਹੁੰਦੀਆਂ ਨੇ ਇਹ ਜ਼ਿਆਦਾਤਰ ਜੋ ਹੁੰਦੀਆਂ ਨੇ ਇਹ ਟ੍ਰੋਪੀਕਲ ਜ਼ੋਨ ਦੇ ਵਿੱਚ ਹੁੰਦੀਆਂ ਨੇ, ਭਾਵ ਕਿ ਊਸ਼ਣ ਖੰਡ ਦੇ ਵਿੱਚ ਹੁੰਦੀਆਂ ਨੇ, ਜੋ ਧਰਤੀ ਦੇ 20 ਡਿਗਰੀ ਸਾਊਥ ਲੈਟੀਟਿਊਡ ਜਾਂ ਕਹਿ ਸਾਊਦਰਨ ਹੈਮੀਸਫੀਅਰ ਦੇ ਵਿੱਚ ਜੋ 20 ਡਿਗਰੀ ਲੈਟੀਟਿਊਡ ਆ ਉੱਥੋਂ ਲੈ ਕੇ 35 ਡਿਗਰੀ ਨਾਰਥ ਦਾ ਲੈਟੀਟਿਊਡ ਹੈ ਜੋ ਉਸ ਦੇ ਵਿੱਚ ਹੁੰਦੀਆਂ ਨੇ। ਤਾਂ ਇਹ ਜੋ ਵਿੰਡਸ ਨੇ ਇਹਨਾਂ ਦਾ ਜੋ ਓਰੀਜਨ ਹੁੰਦਾ ਜਾਂ ਜਨਮ ਹੁੰਦਾ ਗਾ ਉਹ ਹੁੰਦਾ ਜੋ ਜ਼ਮੀਨ ਤੇ ਸਮੁੰਦਰ ਦੇ ਜੋ ਏਰੀਏ ਨੇਗੇ ਉਹਨਾਂ ਦੇ ਵਿੱਚ ਜੋ ਹੀਟਿੰਗ ਦੇ ਵਿੱਚ ਡਿਫਰੈਂਸ ਆਉਂਦਾ, ਭਾਵ ਕਿ ਜੋ ਤਾਪਮਾਨ ਜਾਂ ਤਾਪ ਅੰਤਰ ਹੁੰਦਾ ਗਾ ਉਸ ਦੇ ਵਿੱਚ ਜੋ ਤਬਦੀਲੀ ਆਉਂਦੀ ਆ ਉਹਦੇ ਕਰਕੇ ਇਹਨਾਂ ਦਾ ਬਰਥ ਹੁੰਦਾ। ਤੇ ਇਸੇ ਹੀਟਿੰਗ ਦੇ ਚੇਂਜ ਹੋਣ ਦੇ ਕਰਕੇ ਜੋ ਗਰਮੀਆਂ ਦੇ ਵਿੱਚ ਭੂ-ਮੱਧ ਰੇਖਾ ਜਾਂ ਇਕੁਏਟਰ ਆ ਉੱਥੋਂ ਜੋ ਲੋ ਪ੍ਰੈਸ਼ਰ ਭਾਵ ਕਿ ਘੱਟ ਦਾਬ ਦੀ ਜੋ ਬੈਲਟ ਹੁੰਦੀ ਆ ਉਹ ਕਰਕ ਰੇਖਾ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦੀ ਆ। ਇਸ ਹੀਟਿੰਗ ਦੀ ਚੇਂਜ ਦੇ ਕਰਕੇ ਜੋ ਗਰਮੀਆਂ ਦੇ ਵਿੱਚ ਜੋ ਟ੍ਰੋਪਿਕ ਆਫ ਕੈਂਸਰ ਆ ਉੱਥੇ ਲੋ ਪ੍ਰੈਸ਼ਰ ਦੀ ਬੈਲਟ ਬਣ ਜਾਂਦੀ ਆ, ਉਹ ਕਰਕ ਰੇਖਾ ਭਾਵ ਕਿ ਟ੍ਰੋਪਿਕ ਆਫ ਕੈਂਸਰ ਵੱਲ ਨੂੰ ਸਰਕਣੀ ਸ਼ੁਰੂ ਹੋ ਜਾਂਦੀ ਹੈ ਜਾਂ ਉਸ ਦੇ ਵੱਲ ਜਾਣੀ ਸ਼ੁਰੂ ਹੋ ਜਾਂਦੀ ਆ। ਤੇ ਇਹ ਜੋ ਬੈਲਟ ਹੁੰਦੀ ਆ ਇਸ ਨੂੰ ਕਿਹਾ ਜਾਂਦਾ ਇੰਟਰ ਟ੍ਰੋਪਿਕਲ ਕਨਵਰਜੈਂਸ ਜ਼ੋਨ, ਜਿਹਨੂੰ ਕਹਿ ਦਿੰਦੇ ਆ ITCZ। ਪੰਜਾਬੀ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਅੰਤਰ ਊਸ਼ਣ ਸੁਮੇਲ ਖੰਡ। ਤੇ ਫਿਰ ਇਸ ਲੋ ਪ੍ਰੈਸ਼ਰ ਜੋ ਬੈਲਟ ਹੈਗੀ ਇਸ ਨੂੰ ਫਿਲ ਕਰਨ ਦੇ ਲਈ ਸਾਊਥ ਦੇ ਵਿੱਚ ਜੋ ਹਿੰਦ ਮਹਾਸਾਗਰ ਆ, ਸਾਊਥ ਈਸਟ ਭਾਵ ਕਿ ਦੱਖਣ ਪੂਰਬ ਟ੍ਰੇਡ ਵਿੰਡਸ ਚੱਲਦੀਆਂ ਨੇ, ਵਪਾਰਕ ਪੌਣਾ ਚੱਲਦੀਆਂ ਜੋ ਜਦੋਂ ਉਹ ਹਿੰਦ ਮਹਾਸਾਗਰ ਤੋਂ ਉਹ ਜਦੋਂ ਭੂ-ਮੱਧ ਰੇਖਾ ਨੂੰ ਪਾਰ ਕਰਦੀਆਂ ਤਾਂ ਧਰਤੀ ਹੈ ਜੋ ਉਹ ਰੋਟੇਟ ਕਰ ਰਹੀ ਹੈ ਤੇ ਧਰਤੀ ਦੀ ਰੋਟੇਸ਼ਨ ਕਰਕੇ ਉਹ ਜੋ ਪੌਣਾ ਨੇ ਉਹ ਆਪਣੀ ਦਿਸ਼ਾ ਚੇਂਜ ਕਰ ਲੈਂਦੀਆਂ, ਕਿਉਂਕਿ ਉਹ ਜਿਵੇਂ ਜਿਵੇਂ ਧਰਤੀ ਘੁੰਮੂ ਤਾਂ ਉਸ ਦੇ ਅਕੋਰਡਿੰਗ ਉਹ ਪੌਣਾ ਦੀ ਦਿਸ਼ਾ ਵੀ ਚੇਂਜ ਹੋ ਜਾਂਦੀ ਹੈ ਤੇ ਜਿਸ ਦੇ ਕਰਕੇ ਉਹਨਾਂ ਦੀ ਜੋ ਦਿਸ਼ਾ ਸਾਊਥ ਈਸਟ ਹੁੰਦੀ ਆ ਉਸ ਤੋਂ ਉਹ ਨਾਰਥ ਈਸਟ ਬਣ ਜਾਂਦੀ ਆ, ਭਾਵ ਕਿ ਉੱਤਰ ਪੂਰਬ ਦਿਸ਼ਾ ਵੱਲ ਨੂੰ ਚੱਲ ਪੈਂਦੀਆਂ ਨੇ। ਤੇ ਫਿਰ ਇਹ ਵਿੰਡਸ ਨੇ ਜੋ ਬਹੁਤ ਲੰਮਾ ਸਫ਼ਰ ਤੈਅ ਕਰਦੀਆਂ, ਬਹੁਤ ਲੰਮੀ ਟਰੈਵਲਿੰਗ ਤੋਂ ਬਾਅਦ ਤਾਂ ਇਹ ਜੂਨ ਦੇ ਪਹਿਲੇ ਹਫ਼ਤੇ ਇੰਡੀਆ ਦੇ ਵੈਸਟ ਕੋਸਟ ਤੇ ਪਹੁੰਚ ਕੇ ਬਹੁਤ ਜ਼ੋਰਦਾਰ ਵਰਖਾ ਕਰਦੀਆਂ ਨੇ। ਉਸ ਹੈਵੀ ਰੇਨਫਾਲ ਨੂੰ ਜਾਣਿਆ ਜਾਂਦਾ ਮੌਨਸੂਨ ਬਰਸਟ ਦੇ ਨਾਮ ਨਾਲ। 1 ਜੂਨ ਤੋਂ ਜਾਂ 1 ਜੂਨ ਤੋਂ ਪਹਿਲਾਂ ਵੀ ਕੇਰਲਾ ਦਾ ਜੋ ਤੱਟ ਹੈ, ਜੋ ਕੇਰਲਾ ਦਾ ਕੋਸਟ ਹੁੰਦਾ ਗਾ, ਉੱਥੇ ਜੋ ਆਸ-ਪਾਸ ਦੇ ਸਮੁੰਦਰ ਦੀ ਜੋ ਹਵਾ ਹੁੰਦੀ ਆ ਉਹ ਜਦੋਂ ਵੈਸਟ ਕੋਸਟ ਭਾਵ ਪੱਛਮੀ ਤੱਟ ਨੂੰ ਪਾਰ ਕਰਨ ਲੱਗਦੀ ਆ ਤਾਂ ਉਦੋਂ ਵੀ ਉਹ ਇੱਕ ਮੋਡਰੇਟ ਜਾਂ ਰੇਨਫਾਲ ਹੁੰਦਾ, ਭਾਵ ਕਿ ਮੱਧਮ ਦਰਜੇ ਦੀ ਇੱਕ ਵਿੱਚ ਵਿਚਾਲੀ ਜੀ, ਨਾ ਤਾਂ ਜ਼ਿਆਦਾ ਵਰਖਾ ਹੁੰਦੀ ਹੈ ਤੇ ਨਾ ਹੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਤਾਂ ਮੋਡਰੇਟ ਜੀ ਵਰਖਾ ਹੁੰਦੀ ਆ ਤੇ ਜਿਸ ਨੂੰ ਪੂਰਬ ਮੌਨਸੂਨ ਜਾਂ ਪ੍ਰੀ ਮੌਨਸੂਨ ਵੀ ਕਿਹਾ ਜਾਂਦਾ, ਭਾਵ ਮੌਨਸੂਨ ਤੋਂ ਪਹਿਲਾਂ ਦੀ ਰੇਨਫਾਲ। ਤੇ ਇਸ ਤੋਂ ਬਾਅਦ ਇਹ ਜੂਨ ਤੋਂ ਬਾਅਦ ਅੱਧ ਸਤੰਬਰ ਭਾਵ ਕਿ ਸਤੰਬਰ ਦੇ ਮਿਡਲ ਤੱਕ ਇਹ ਜੋ ਮੌਨਸੂਨ ਪੌਣਾ ਹੁੰਦੀਆਂ, ਮੌਨਸੂਨ ਵਿੰਡਸ ਹੁੰਦੀਆਂ ਨੇ, ਇਹ ਸਾਰੇ ਦੇਸ਼ ਦੇ ਵਿੱਚ ਪਹੁੰਚ ਕੇ ਵਰਖਾ ਕਰਦੀਆਂ ਨੇ। ਤੇ ਸਰਦੀਆਂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਬਹੁਤ ਸਾਰੀ ਵਰਖਾ ਜੋ ਇਹ ਮੌਨਸੂਨ ਵਿੰਡਸ ਜਦੋਂ ਵਾਪਸ ਆਉਂਦੀਆਂ ਨੇ ਤਾਂ ਉਹਨਾਂ ਦੁਆਰਾ ਕੀਤੀ ਜਾਂਦੀ ਹੈ। ਤੇ ਟੈਂਪਰੇਚਰ ਥਿਊਰੀ ਤੋਂ ਇਲਾਵਾ ਕੁਝ ਕੁ ਹੋਰ ਕਾਰਨ ਵੀ ਨੇ, ਜਿਨ੍ਹਾਂ ਦੇ ਵਿੱਚ ਇੱਕ ਹੈ ਅਪਰ 에ਅਰ ਸਰਕੂਲੇਸ਼ਨ, ਭਾਵ ਉੱਪਰਲੀ ਹਵਾ ਵਿਚਲੇ ਸੰਚਾਰੀ ਚੱਕਰ। ਤਾਂ ਨਾਰਥ ਇੰਡੀਆ ਦੇ ਵਿੱਚ ਜੋ ਜੈਟ ਸਟ੍ਰੀਮ ਪ੍ਰੈਜ਼ੈਂਟ ਆ, ਭਾਵ ਕਿ ਜੋ ਉੱਪਰ ਜੋ ਵਗ ਰਹੀ ਆ ਹਵਾ ਜੋ ਉੱਤਰ ਭਾਰਤ ਦੇ ਵਿੱਚ ਚੱਲਦੀ ਹੁੰਦੀ ਹੈ, ਇਹ ਕੀ ਕਰਦੀ ਆ ਇਹਨਾਂ ਮੌਨਸੂਨ ਵਿੰਡਸ ਨੂੰ ਉੱਤਰ ਪੱਛਮੀ ਹਿੱਸਿਆਂ ਦੇ ਵਿੱਚ ਲੈ ਕੇ ਆਉਂਦੀ ਆ ਤੇ ਉਸ ਦੇ ਕਰਕੇ ਉੱਥੇ ਵਰਖਾ ਹੁੰਦੀ ਤੇ ਉਸੇ ਦੀ ਹਿਲਜੁਲ ਕਰਕੇ ਹੀ ਜੋ ਉੱਤਰ ਪੱਛਮੀ ਖੇਤਰ ਨੇ ਉਹਨਾਂ ਦੇ ਵਿੱਚ ਵਰਖਾ ਹੁੰਦੀ। ਜੋ ਥਰਡ ਤੇ ਮਾਡਰਨ ਰੀਜਨ ਆ ਉਹ ਹੈ ਜੀ ਐਲ ਨੀਨੋ ਦਾ ਕਰੰਟ। ਐਲ ਨੀਨੋ ਦਾ ਜੋ ਕਰੰਟ ਹੈ ਇਹ ਪੈਸੀਫਿਕ ਓਸ਼ਨ ਦੇ ਵਿੱਚ ਚੀਲ ਕੋਸਟ ਭਾਵ ਕਿ ਜੋ ਚਿਲੀ ਦੇਸ਼ ਆ ਉਸ ਦਾ ਜੋ ਤੱਟ ਹੈ ਉਸ ਦੇ ਵਿੱਚ ਪੈਸੀਫਿਕ ਓਸ਼ਨ ਦੇ ਵਿੱਚ ਚੱਲ ਤਾਂ ਉਸ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਭਾਰਤੀ ਮੌਨਸੂਨ ਦਾ। ਤਾਂ ਇਸ ਦੇ ਬਾਰੇ ਅਜੇ ਤੱਕ ਕੋਈ ਕੁਝ ਵੀ ਕਲੀਅਰ ਨਹੀਂ ਹੈ। ਇਸ ਦੇ ਬਾਰੇ ਅਜੇ ਵਿਗਿਆਨਿਕ ਪੜਤਾਲ ਚੱਲ ਰਹੀ ਹੈ, ਜੋ ਸਾਇੰਟੀਫਿਕ ਖੋਜ ਨੇ, ਐਨਾਲਾਈਸਿਸ ਹੋ ਰਹੇ ਨੇਗੇ
ਇਹ ਜਦੋਂ ਵੀ ਕਲੀਅਰ ਹੋ ਜਾਏਗਾ ਤਾਂ ਕਿਤਾਬਾਂ ਦੇ ਵਿੱਚ ਅਪਡੇਟ ਕੀਤਾ ਜਾਊਗਾ। ਉਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਕਰੈਕਟਰਿਸਟਿਕਸ ਆਫ ਮੌਨਸੂਨਲ ਰੇਨਫਾਲ, ਮੌਨਸੂਨੀ ਵਰਖਾ ਦੀਆਂ ਵਿਸ਼ੇਸ਼ਤਾਵਾਂ। ਤਾਂ ਇੰਡੀਆ ਦੇ ਵਿੱਚ ਜੋ ਐਵਰੇਜ ਰੇਨਫਾਲ ਹੁੰਦੀ ਆ ਹਰ ਸਾਲ ਉਹ ਹੈਗੀ ਹੈ ਜੀ 118 ਸੈਂਟੀਮੀਟਰ। ਤਾਂ ਇਹ ਜੋ ਰੇਨਫਾਲ ਹੁੰਦੀ ਹੈ ਇਸ ਨੂੰ ਸੈਂਟੀਮੀਟਰਾਂ ਦੇ ਵਿੱਚ ਮਿਣਿਆ ਜਾਂਦਾ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ ਕਿ ਜੇਕਰ ਕੁਝ ਬੱਚਿਆਂ ਨੂੰ ਇਸ ਨਹੀਂ ਪਤਾ ਕਿ ਇਹ ਸੈਂਟੀਮੀਟਰਾਂ ਦੇ ਵਿੱਚ ਕਿਵੇਂ ਮਿਣੀ ਜਾਂਦੀ ਆ ਤਾਂ ਉਹ 9th ਕਲਾਸ ਦੀ ਬੁੱਕ ਪੜ੍ਹ ਲੈਣ, ਉਸ ਦੇ ਵਿੱਚ ਇਸ ਦੇ ਬਾਰੇ ਦੱਸਿਆ ਕਿ ਰੇਨਫਾਲ ਨੂੰ ਆ ਜੋ ਉਸ ਨੂੰ ਕਿਵੇਂ ਸੈਂਟੀਮੀਟਰਾਂ ਦੇ ਵਿੱਚ ਮਿਣਿਆ ਜਾਂਦਾ। ਤਾਂ ਸਭ ਤੋਂ ਪਹਿਲੇ ਪੁਆਇੰਟ ਦੀ ਗੱਲ ਕਰਦੇ ਜੀ ਰੇਨੀ ਸੀਜ਼ਨ ਐਂਡ ਕੁਆਂਟੀਟੀ, ਵਰਖਾ ਦੀ ਰੁੱਤ ਅਤੇ ਮਾਤਰਾ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਜੋ ਕਿ ਭਾਰਤ ਦੇ ਵਿੱਚ ਜਿੰਨੀ ਵਰਖਾ ਹੁੰਦੀ ਆ ਉਸ ਦਾ 87% ਭਾਵ ਕਿ 87% ਜੋ ਹਿੱਸਾ ਭਾਵ ਜੋ 87% ਵਰਖਾ ਹੁੰਦੀ ਆ ਉਹ ਮਾਰਚ ਤੋਂ ਲੈ ਕੇ ਸਤੰਬਰ ਦੀਆਂ ਗਰਮੀ ਰੁੱਤ ਦੇ ਵਿੱਚ ਹੋ ਜਾਂਦੀ ਆ ਤੇ ਇਹ ਮੌਨਸੂਨ ਵਿੰਡਸ ਦੁਆਰਾ ਕੀਤੀ ਜਾਂਦੀ। ਤੇ ਜੋ ਰਿਮੇਨਿੰਗ 13% ਰਹਿ ਜਾਂਦੀ ਹੈ ਭਾਵ 13% ਰਹਿ ਜਾਂਦੀ ਹੈ ਜੋ ਬਾਕੀ ਰੇਨਫਾਲ ਆ ਉਹ ਹੁੰਦੀ ਹੈਗੀ ਸਤੰਬਰ ਤੋਂ ਅਕਤੂਬਰ ਦੇ ਵਿੱਚ, ਤੇ 3% ਜੋ ਰੇਨਫਾਲ ਹੁੰਦੀ ਹੈਗੀ ਉਹ ਹੁੰਦੀ ਹੈ ਜਨਵਰੀ ਟੂ ਫੈਬਰੀ, ਤੇ ਜੋ 10% ਰਹਿ ਜਾਂਦੀ ਆ ਉਹ ਹੁੰਦੀ ਹੈਗੀ ਮੰਥ ਮਾਰਚ ਟੂ ਮਈ ਦੇ ਵਿਚਕਾਰ। ਤੇ ਇਸ ਨੂੰ ਔਨਸੈਟ ਆਫ ਮੌਨਸੂਨ ਕਿਹਾ ਜਾਂਦਾ ਭਾਵ ਕਿ ਇਹ ਪੋਸਟ ਮੌਨਸੂਨ ਹੁੰਦੀ ਆ। ਤੇ ਆਪਣੇ ਦੇਸ਼ ਦੇ ਵਿੱਚ ਜੋ 74% ਭਾਵ ਕਿ 74% ਜੋ ਰੇਨਫਾਲ ਹੁੰਦੀ ਆ ਜੋ ਵਰਖਾ ਹੁੰਦੀ ਆ ਉਹ ਰੇਨੀ ਸੀਜ਼ਨ ਦੇ ਵਿੱਚ ਹੁੰਦੀ ਆ ਭਾਵ ਕਿ ਵਰਖਾ ਰੁੱਤ ਦੇ ਵਿੱਚ ਹੁੰਦੀ ਆ ਤੇ ਉਹ ਹੁੰਦੀ ਹੈ ਜੂਨ ਤੋਂ ਲੈ ਕੇ ਸਤੰਬਰ ਤੱਕ। ਉਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਵੇਰੀਏਬਿਲਿਟੀ ਭਾਵ ਅਸਥਿਰਤਾ। ਤਾਂ ਇੰਡੀਆ ਦੇ ਵਿੱਚ ਜੋ ਮੌਨਸੂਨਲ ਰੇਨਫਾਲ ਹੁੰਦੀ ਆ ਇਹ ਰਿਲਾਈਬਲ ਨਹੀਂ ਹੈ ਭਾਵ ਕਿ ਭਰੋਸੇਯੋਗ ਨਹੀਂ ਹੈ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਭਾਰਤ ਦੇ ਵਿੱਚ ਜਿੰਨੀ ਪਿਛਲੇ ਸਾਲ ਵਰਖਾ ਹੋਈ ਹੈ ਉਨੀ ਹੁੰਦੀ ਰਹੇ। ਇਹ ਕਈ ਵਾਰੀ ਤਾਂ ਬਹੁਤ ਜ਼ਿਆਦਾ ਘੱਟ ਹੋ ਜਾਂਦੀ ਹੈ ਤੇ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਤੇ ਇਸੇ ਵੇਰੀਏਬਿਲਿਟੀ ਕਰਕੇ ਹੀ ਕਈ ਵਾਰੀ ਤਾਂ ਫੇਮਾਈਨ ਆ ਜਾਂਦੇ ਨੇ ਤੇ ਕਈ ਵਾਰੀ ਸਟਾਰਵੇਸ਼ਨ ਹੋ ਜਾਂਦੇ ਭਾਵ ਕਿ ਕਈ ਵਾਰੀ ਤਾਂ ਭੁੱਖਮਰੀ ਹੋ ਜਾਂਦੀ ਆ ਜਾਂ ਕਾਲ ਪੈ ਜਾਂਦੇ ਨੇ ਤੇ ਕਈ ਵਾਰੀ ਕੀ ਹੁੰਦਾਗਾ ਹੜ੍ਹ ਆ ਜਾਂਦੇ ਨੇ ਜਾਂ। ਤੇ ਇਹ ਜੋ ਵੇਰੀਏਬਿਲਿਟੀ ਹੈ ਇਹ ਇੰਡੀਆ ਦੇ ਜੋ ਇੰਟੀਰੀਅਰ ਏਰੀਆ ਉਸ ਦੇ ਵੱਲ ਵੱਧ ਰਹੀ ਹੈ ਤੇ ਜਾਂ ਕਹਿ ਲਓ ਰਾਜਸਥਾਨ ਦੇ ਵਿੱਚ ਜ਼ਿਆਦਾ ਵੱਧ ਰਹੀ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਅਨਈਵਨ ਡਿਸਟ੍ਰੀਬਿਊਸ਼ਨ ਜਾਂ ਅਸਮਾਨ ਵੰਡ। ਤਾਂ ਸਾਰੇ ਦੇਸ਼ ਦੇ ਵਿੱਚ ਜੋ ਇਹ ਵਰਖਾ ਗੀ ਜਾਂ ਰੇਨਫਾਲ ਆ ਇਹ ਇੱਕ ਸਮਾਨ ਨਹੀਂ ਹੈ। ਇੱਕ ਸਮਾਨ ਤੋਂ ਭਾਵ ਕਿ ਇਹ ਨਹੀਂ ਹੈ ਕਿ ਸਾਰੇ ਦੇਸ਼ ਦੇ ਵਿੱਚ ਇੱਕੋ ਜਿਹੀ ਵਰਖਾ ਹੋਊਗੀ, ਕਿਤੇ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਕਿਤੇ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਹੁਣ ਜੇਕਰ ਆਪਾਂ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਜਿਵੇਂ ਮੇਘਾਲਿਆ ਹੋ ਗਿਆ, ਅਸਾਮ ਹੋ ਗਿਆ ਜਾਂ ਵੈਸਟਰਨ ਸਲੋਪਸ ਹੋ ਗਈਆਂ ਭਾਵ ਕਿ ਪੱਛਮੀ ਢਲਾਣਾਂ ਹੋ ਗਈਆਂ ਤੇ ਜਾਂ ਵੈਸਟਰਨ ਘਾਟਸ ਹੋ ਗਏ, ਤਾਂ ਇਹਨਾਂ ਦੇ ਵਿੱਚ ਜੋ ਵਰਖਾ ਹੁੰਦੀ ਹੈ ਉਹ ਲਗਭਗ 250 ਸੈਂਟੀਮੀਟਰ ਤੱਕ ਹੋ ਜਾਂਦੀ ਹੈ। ਤੇ ਕਈ ਵਾਰ ਉਹ 250 ਸੈਂਟੀਮੀਟਰ ਤੋਂ ਜਾਂ 250 ਸੈਂਟੀਮੀਟਰ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਤੇ ਜਦੋਂ ਉਹੀ ਆਪਾਂ ਵੈਸਟਰਨ ਰਾਜਸਥਾਨ, ਵੈਸਟਰਨ ਗੁਜਰਾਤ ਤੇ ਨਾਰਦਰਨ ਕਸ਼ਮੀਰ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਇਹ ਜੋ ਵਰਖਾ ਗੀ ਇਹ 25 ਸੈਂਟੀਮੀਟਰ ਤੋਂ ਵੀ ਘੱਟ ਹੁੰਦੀ ਆ ਭਾਵ 25 ਸੈਂਟੀਮੀਟਰ ਤੋਂ ਵੀ ਇਹ ਵਰਖਾ ਘੱਟ ਰਹਿ ਜਾਂਦੀ ਹੈ। ਤਾਂ ਇਹ ਬਹੁਤ ਵੱਡਾ ਇੱਕ ਡਿਫਰੈਂਸ ਹੈਗਾ ਵਰਖਾ ਦਾ ਪੂਰੇ ਕੰਟਰੀ ਦੇ ਵਿੱਚ। ਅਗਲਾ ਪੁਆਇੰਟ ਆ ਗਿਆ ਜੀ ਅਨਸਰਟੇਨਿਟੀ ਜਾਂ ਕਹਿ ਲਓ ਅਨਿਸ਼ਚਿਤਤਾ। ਤਾਂ ਇੰਡੀਆ ਦੇ ਵਿੱਚ ਹੋਣ ਵਾਲੀ ਜੋ ਰੇਨਫਾਲ ਆ ਗਈ ਇਹ ਪੂਰੇ ਦੇਸ਼ ਦੇ ਵਿੱਚ ਅਨਈਵਨ ਆ। ਤਾਂ ਇੰਡੀਆ ਦੇ ਵਿੱਚ ਜੋ ਰੇਨਫਾਲ ਦੀ ਕੁਆਂਟੀਟੀ ਆ ਉਹ ਅਨਸਰਟੇਨ ਆ ਭਾਵ ਕਿ ਜੋ ਮੌਨਸੂਨ ਦੀ ਵਰਖਾ ਹੁੰਦੀ ਹੈ ਉਸ ਦੀ ਜੋ ਵਰਖਾ ਦੀ ਮਾਤਰਾ ਗਈ ਉਹ ਪੂਰੀ ਤਰ੍ਹਾਂ ਅਨਿਸ਼ਚਿਤ ਆ, ਮਤਲਬ ਕੋਈ ਉਸ ਦੀ ਪ੍ਰੋਪਰ। ਕਈ ਵਾਰ ਤਾਂ ਕੀ ਹੁੰਦਾ ਜੋ ਮੌਨਸੂਨ ਵਿੰਡਸ ਹੁੰਦੀਆਂ ਨੇ ਇਹ ਸੀਜ਼ਨ ਤੋਂ ਜਾਂ ਮੌਨਸੂਨ ਪਾਉਣਾ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਨੇ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਵਰਖਾ ਕਰ ਦਿੰਦੀਆਂ ਤੇ ਜਿਸ ਦੇ ਕਰਕੇ ਹੜ੍ਹ ਆ ਜਾਂਦੇ ਨੇ ਜਾਂ ਫਲੱਡਸ ਆ ਜਾਂਦੇ ਨੇ। ਤੇ ਕਦੇ ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈਗੀ ਕਿ ਉੱਥੇ ਕੀ ਹੋ ਜਾਂਦਾ ਸੋਕਾ ਪੈ ਜਾਂਦਾ ਜਾਂ ਕਹਿ ਲਓ ਇੱਕ ਜੋ ਇਹਨਾਂ ਦਾ ਨਿਸ਼ਚਿਤ ਸਮਾਂ ਹੁੰਦਾ ਜੋ ਮੌਨਸੂਨ ਸੀਜ਼ਨ ਹੁੰਦਾ ਉਸ ਤੋਂ ਪਹਿਲੀ ਇਹ ਵਰਖਾ ਖਤਮ ਹੋ ਜਾਂਦੀ ਹੈ ਤੇ ਜਿਹਦੇ ਕਰਕੇ ਕੀ ਉੱਥੇ ਸੋਕਾ ਪੈ ਜਾਂਦਾ ਜਾਂ ਫਸਲਾਂ ਨਸ਼ਟ ਹੋ ਜਾਂਦੀਆਂ। ਤੇ ਜਿਹਦੇ ਕਰਕੇ ਕੀ ਹੁੰਦਾ ਫਿਰ ਜੋ ਸਾਰੇ ਸਾਲ ਦੀ ਸਿੰਚਾਈ ਲਈ ਜੋ ਪਾਣੀ ਜਮ੍ਹਾਂ ਕੀਤਾ ਹੁੰਦਾ ਉਹਨੂੰ ਨਹਿਰਾਂ ਦੇ ਰਾਹੀਂ ਬਹੁਤ ਘੱਟ ਮਾਤਰਾ ਦੇ ਵਿੱਚ ਛੱਡਿਆ ਜਾਂਦਾ। ਅਗਲਾ ਪੁਆਇੰਟ ਆ ਗਿਆ ਜੀ ਡਰਾਈ ਸਪੈਲ ਜਾਂ ਖੁਸ਼ਕ ਅੰਤਰਾਲ। ਤਾਂ ਗਰਮੀਆਂ ਦੇ ਸੀਜ਼ਨ ਦੇ ਵਿੱਚ ਕੀ ਹੁੰਦਾ ਕਈ ਵਾਰੀ ਜੋ ਮੌਨਸੂਨ ਰੇਨਫਾਲ ਹੁੰਦੀ ਹੈ ਜੋ ਮੌਨਸੂਨੀ ਵਰਖਾ ਹੁੰਦੀ ਆ ਉਹ ਰੈਗੂਲਰ ਨਹੀਂ ਹੁੰਦੀ, ਉਹ ਜਾਂ ਤਾਂ ਕੁਝ ਦਿਨਾਂ ਦੇ ਗੈਪ ਦੇ ਨਾਲ ਹੁੰਦੀ ਹੈ ਜਾਂ ਕੁਝ ਹਫ਼ਤਿਆਂ ਦੇ ਫਰਕ ਦੇ ਨਾਲ ਹੁੰਦੀ ਆ। ਤੇ ਇਸ ਇੰਟਰਵਲ ਕਰਕੇ ਕੀ ਹੁੰਦਾ ਜੋ ਰੇਨ ਸਰਕਲ ਹੁੰਦਾ ਜਾਂ ਰੇਨ ਸਾਈਕਲ ਹੁੰਦਾ ਉਹ ਟੁੱਟ ਜਾਂਦਾ ਤੇ ਜਿਸ ਦੇ ਨਾਲ ਕੀ ਹੁੰਦਾਗਾ ਵਰਖਾ ਰੁੱਤ ਦੇ ਵਿੱਚ ਇੱਕ ਲੰਮਾ ਅਤੇ ਖੁਸ਼ਕ ਸਮਾਂ
ਆ ਜਾਂਦਾ। ਤਾਂ ਇਹ ਜੋ ਖੁਸ਼ਕ ਹੁੰਦਾ, ਇਸ ਖੁਸ਼ਕ ਸਮੇਂ ਨੂੰ ਜਾਂ ਇਸ ਡਰਾਈ ਸਪੈਲ ਨੂੰ ਮੌਨਸੂਨੀ ਰੁਕਾਵਟ ਜਾਂ ਮੌਨਸੂਨ ਬ੍ਰੇਕ ਵੀ ਕਿਹਾ ਜਾਂਦਾ। ਤੇ ਇਸ ਦੇ ਪਿੱਛੇ ਕਾਰਨ ਹੁੰਦੇ ਆ ਜੋ ਬੇ ਆਫ ਬੰਗਾਲ ਦੇ ਵਿੱਚ ਜੋ ਸਾਈਕਲੋਨਸ ਆਉਂਦੇ ਨੇ, ਜਾਂ ਜਿਨ੍ਹਾਂ ਨੂੰ ਕਹਿੰਦੇ ਨੇ ਟ੍ਰੋਪੀਕਲ ਸਾਈਕਲੋਨਸ ਜਾਂ ਊਸ਼ਨ ਚੱਕਰਵਾਤ ਕਿਹਾ ਜਾਂਦਾ, ਉਹਨਾਂ ਦੇ ਪੈਦਾ ਹੋ ਜਾਣ ਕਰਕੇ ਹੀ ਇਹ ਜੋ ਬ੍ਰੇਕਸ ਪੈਂਦੇ ਨੇਗੇ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਓਰੋਗ੍ਰਾਫਿਕ ਰੇਨਫਾਲ ਜਾਂ ਪਰਬਤੀ ਵਰਖਾ। ਤਾਂ ਇਹ ਜੋ ਮੌਨਸੂਨ ਵਰਖਾ ਹੁੰਦੀ ਹੈ ਜਾਂ ਮੌਨਸੂਨ ਰੇਨਫਾਲ ਹੁੰਦੀ ਆ, ਤਾਂ ਉਦੋਂ ਹੁੰਦੀ ਹੈ ਜਦੋਂ ਮੋਸਟ ਵਿੰਡਸ ਹੁੰਦੀਆਂ ਨੇ, ਭਾਵ ਨਮੀ ਵਾਲੀਆਂ ਪੌਣਾਂ ਹੁੰਦੀਆਂ ਨੇ, ਇਹ ਜਦੋਂ ਪਰਬਤੀ ਇਲਾਕੇ ਜਾਂ ਮੈਦਾਨਾਂ ਦੇ ਵਿੱਚ ਆ ਜਾਂਦੀਆਂ, ਭਾਵ ਮਾਊਂਟੇਨਸ ਜਾਂ ਪਲੇਨਸ ਦੇ ਵਿੱਚ ਆ ਜਾਂਦੀਆਂ, ਤੇ ਉੱਥੇ ਆ ਕੇ ਇਹ ਠੰਡੀਆਂ ਹੋ ਜਾਂਦੀਆਂ। ਤਾਂ ਠੰਡੀਆਂ ਹੋ ਜਾਣ ਦੇ ਕਾਰਨ ਇਹ ਉੱਥੇ ਵਰਖਾ ਕਰਦੀਆਂ ਨੇ। ਤਾਂ ਜਿਸ ਦੇ ਕਾਰਨ ਕੀ ਹੁੰਦਾਗਾ, ਮਾਊਂਟੇਨਸ ਦੀਆਂ ਜੋ ਸਾਊਥ ਜਾਂ ਕਹਿ ਲਓ ਜੋ ਵਿੰਡਵਰਡਸ, ਭਾਵ ਕਿ ਜੋ ਪੌਣਾਂ ਦੇ ਸਾਹਮਣੇ ਵਾਲੀਆਂ ਢਲਾਨਾਂ ਹੁੰਦੀਆਂ ਨੇ, ਉੱਥੇ ਵਰਖਾ ਜ਼ਿਆਦਾ ਹੁੰਦੀ, ਕਿਉਂਕਿ ਉਹ ਪੌਣਾਂ ਦੇ ਬਿਲਕੁਲ ਸਾਹਮਣੇ ਆ ਜਾਂਦੀਆਂ ਤੇ ਉੱਥੇ ਹੀ ਪੌਣਾਂ ਟਕਰਾ ਕੇ ਉਹਨਾਂ ਨਾਲ ਜਾਂ ਠੰਡੀਆਂ ਹੋ ਕੇ ਉੱਥੇ ਜ਼ਿਆਦਾ ਵਰਖਾ ਕਰ ਦਿੰਦੀ। ਤੇ ਇਸ ਦੇ ਉਲਟ ਜੋ ਨਾਰਥ ਹੁੰਦਾਗਾ ਜਾਂ ਕਹਿ ਲਓ ਲੀਵਰਡ ਸਾਈਡਸ ਹੁੰਦੀਆਂ ਨੇ, ਜੋ ਪੌੜਾਂ ਦੇ ਵਿਮੁਖੀ ਢਲਾਨਾਂ ਹੁੰਦੀਆਂ, ਭਾਵ ਕਿ ਜੋ ਮੌਨਸੂਨ ਵਿੰਡਸ ਦੇ ਆਪੋਜ਼ਿਟ ਸਾਈਡ ਹੁੰਦੀ ਆ, ਉਹ ਇਲਾਕੇ ਰੇਨ ਸ਼ੈਡੋ ਜ਼ੋਨ ਜਾਂ ਕਹਿ ਲਓ ਵਰਖਾ ਉੱਟ ਖਿੱਤੇ ਜਾਂ ਭਾਵ ਕਹਿ ਲਓ ਖੁਸ਼ਕ ਇਲਾਕੇ ਰਹਿ ਜਾਂਦੇ ਨੇ, ਕਿਉਂਕਿ ਉਹ ਪੌਣਾਂ ਦੇ ਦੂਸਰੀ ਸਾਈਡ ਚਲੇ ਜਾਂਦੇ ਨੇ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਟੋਰੈਂਟਲ ਰੇਨਫਾਲ ਜਾਂ ਮੋਲੇ ਧਾਰ ਵਰਖਾ। ਤਾਂ ਮੌਨਸੂਨਲ ਸੀਜ਼ਨ ਦੇ ਵਿੱਚ ਜੋ ਇੰਡੀਆ ਦੇ ਵਿੱਚ ਰੇਨਫਾਲ ਹੁੰਦੀ ਆ, ਉਹ ਬਹੁਤ ਜ਼ਿਆਦਾ ਲਾਰਜ ਕੁਆਂਟੀਟੀ ਬਹੁਤ ਦਿਨ ਤੱਕ ਹੁੰਦੀ ਹੈ, ਭਾਵ ਕਿ ਬਹੁਤ ਜ਼ਿਆਦਾ ਰੇਨਫਾਲ ਹੁੰਦੀ ਹੈ ਤੇ ਕਈ ਦਿਨਾਂ ਤੱਕ ਹੁੰਦੀ ਰਹਿੰਦੀ ਆ। ਤੇ ਇਸੇ ਕਰਕੇ ਇੰਡੀਆ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੈ, ਇਟ ਨੈਵਰ ਰੇਨਸ ਇਨ ਇੰਡੀਆ ਬਟ ਇਟ ਪੋਰਸ, ਭਾਵ ਕਿ ਭਾਰਤ ਦੇ ਵਿੱਚ ਵਰਖਾ ਪੈਂਦੀ ਨਹੀਂ ਬਲਕਿ ਗਿਰਦੀ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਡਿਸਟ੍ਰੀਬਿਊਸ਼ਨ ਆਫ ਐਨੂਅਲ ਰੇਨਫਾਲ ਇਨ ਇੰਡੀਆ, ਭਾਰਤ ਅੰਦਰ ਸਾਲਾਨਾ ਵਰਖਾ ਦੀ ਵੰਡ। ਤਾਂ ਜਿਵੇਂ ਕਿ ਆਪਾਂ ਪਿਛਲੇ ਪਾਠਾਂ ਦੇ ਵਿੱਚ ਵੀ ਪੜ੍ਹ ਚੁੱਕੇ ਹਾਂ ਕਿ ਇੰਡੀਆ ਦੇ ਵਿੱਚ ਬਹੁਤ ਸਾਰੀ ਰੀਜਨਲ ਵੇਰੀਏਸ਼ਨਸ ਨੇ, ਭਾਵ ਕਿ ਉੱਥੇ ਖੇਤਰੀ ਭਿੰਨਤਾਵਾਂ ਬਹੁਤ ਜ਼ਿਆਦਾ ਮਿਲਦੀਆਂ, ਕਿਉਂਕਿ ਆਪਾਂ ਪਹਿਲਾਂ ਵੀ ਪੜ੍ਹਿਆ ਕਿ ਕਿਤੇ ਆਪਣੇ ਪਹਾੜ ਨੇ, ਪਠਾਰ ਨੇ, ਮੈਦਾਨ ਨੇ, ਜਾਂ ਰੇਗਿਸਤਾਨ ਆ ਗਿਆ, ਅਲੱਗ-ਅਲੱਗ ਚੀਜ਼ਾਂ ਨੇ। ਤਾਂ ਇੰਨੀ ਵੇਰੀਏਸ਼ਨ ਦੇ ਹੋਣ ਦੇ ਕਰਕੇ ਹੀ ਇੰਡੀਆ ਦੇ ਵਿੱਚ ਜੋ ਰੇਨਫਾਲ ਆ ਉਸ ਦੇ ਵਿੱਚ ਵੀ ਬਹੁਤ ਸਾਰੀ ਭਿੰਨਤਾ ਜੋ ਪਾਈ ਜਾਂਦੀ ਹੈ। ਤੇ ਇਸ ਖੇਤਰੀ ਭਿੰਨਤਾ ਕਰਕੇ ਜੋ ਇਹ ਰੀਜਨਲ ਡਿਫਰੈਂਸਸ ਨੇ, ਇਹਨਾਂ ਦੇ ਕਰਕੇ ਹੀ ਇੱਥੋਂ ਦੀ ਜਲਵਾਯੂ ਤੇ ਖੇਤੀਬਾੜੀ ਦੇ ਉੱਪਰ ਵੀ ਬਹੁਤ ਜ਼ਿਆਦਾ ਅਸਰ ਪੈਂਦਾ। ਤਾਂ ਜਿਵੇਂ ਕਿ ਆਪਾਂ ਪਿਛਲੇ ਪੁਆਇੰਟ ਦੇ ਵਿੱਚ ਪੜ੍ਹਿਆ ਸੀ, ਓਰੋਗ੍ਰਾਫਿਕ ਰੇਨਫਾਲ ਜਾਂ ਪਰਬਤੀ ਵਰਖਾ ਹੁੰਦੀ ਆ, ਉਹ ਹੁੰਦੀ ਹੈ ਹਿਮਾਲਿਆ ਦੇ ਪਰਬਤਾਂ ਤੇ ਜਾਂ ਕਹਿ ਲਓ ਵੈਸਟਰਨ ਗਾਟਸ ਨੇ ਜੋ ਉਹਨਾਂ ਦੀਆਂ ਪੱਛਮੀ ਢਲਾਣਾਂ ਦੇ ਉੱਤੇ ਜਾਂ ਵੈਸਟਰਨ ਸਲੋਪਸ ਦੇ ਉੱਤੇ। ਤੇ ਇਸ ਤੋਂ ਇਲਾਵਾ ਜਿਹੜੀ ਕਨਵੈਕਸ਼ਨਲ ਰੇਨਫਾਲ ਹੁੰਦੀ ਆ, ਜਿਹਨੂੰ ਸਮਹੀਣ ਵਰਖਾ ਕਹਿੰਦੇ, ਉਹ ਹੁੰਦੀ ਆ ਭਾਰਤ ਦੇ ਦੱਖਣੀ ਭਾਗਾਂ ਦੇ ਵਿੱਚ, ਸਾਊਦਰਨ ਪਾਰਟ ਦੇ ਵਿੱਚ। ਤਾਂ ਇਸ ਤੋਂ ਇਲਾਵਾ ਜੋ ਨਾਰਥ ਵੈਸਟਰਨ ਰੀਜਨ ਹੈਗਾ, ਭਾਵ ਕਿ ਉੱਤਰ ਪੱਛਮ ਭਾਗ ਆ ਜੋ, ਉਸ ਦੇ ਵਿੱਚ ਜੋ ਵਰਖਾ ਹੁੰਦੀ ਆ ਉਹ ਸਾਈਕਲੋਨਿਕ ਰੇਨਫਾਲ ਹੁੰਦੀ ਆ, ਭਾਵ ਚੱਕਰਵਾਤੀ ਵਰਖਾ ਹੁੰਦੀ ਆ। ਤਾਂ ਆਪਣੀ ਕੰਟਰੀ ਹੈ ਜੋ ਉਸ ਦੇ ਵਿੱਚ ਜ਼ਿਆਦਾ ਕਰਕੇ ਓਰੋਗ੍ਰਾਫਿਕ ਰੇਨਫਾਲ ਹੁੰਦੀ ਆ, ਭਾਵ ਪਰਬਤੀ ਵਰਖਾ ਹੁੰਦੀ ਆ। ਤੇ ਸਾਲ ਦੇ ਹਰ ਮਹੀਨੇ ਦੇਸ਼ ਦੇ ਕਿਸੇ ਨਾ ਕਿਸੇ ਭਾਗ ਦੇ ਵਿੱਚ ਵਰਖਾ ਜ਼ਰੂਰ ਹੁੰਦੀ ਹੈ। ਤੇ ਇੰਡੀਆ ਦੇ ਵਿੱਚ ਜੋ ਅਨਈਵਨ ਡਿਸਟ੍ਰੀਬਿਊਸ਼ਨ ਆ ਜਾਂ ਅਸਮਾਨ ਵੰਡ ਆ ਜੋ ਵਰਖਾ ਦੀ, ਉਸ ਦੇ ਪਿੱਛੇ ਕਾਰਨ ਹੈਗਾ ਇੱਕ ਤਾਂ ਡਿਸਟੈਂਸ ਫਰੋਮ ਦਾ ਸੀ, ਸਮੁੰਦਰ ਤਲ ਤੋਂ ਜੋ ਦੂਰੀ ਹੈ ਉਹ, ਤੇ ਲੋਕੇਸ਼ਨ ਆਫ ਮਾਊਂਟੇਨਸ, ਭਾਵ ਕਿ ਪਰਬਤਾਂ ਦੀ ਜੋ ਸਥਿਤੀ ਆ ਉਸ ਦੇ ਕਰਕੇ। ਜਿਵੇਂ ਕਿ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਦੇਸ਼ ਦੇ ਵਿੱਚ ਜੋ ਐਵਰੇਜ ਰੇਨਫਾਲ ਹੁੰਦੀ ਆ ਉਹ 118 ਸੈਂਟੀਮੀਟਰ ਹੁੰਦੀ ਆ, ਭਾਵ ਕਿ 118 ਸੈਂਟੀਮੀਟਰ ਹੁੰਦੀ ਹੈ। ਜੋ ਜੇ ਦੇਖਿਆ ਜਾਵੇ ਤਾਂ ਦੇਸ਼ ਦੇ ਵਿੱਚ ਮੇਘਾਲਿਆ ਦੇ ਵਿੱਚ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਆ, ਉੱਥੇ ਲਗਭਗ 1000 ਸੈਂਟੀਮੀਟਰ, ਭਾਵ 1000 ਸੈਂਟੀਮੀਟਰ ਵਰਖਾ ਹੁੰਦੀ ਹੈ। ਤੇ ਉਹੀ ਜਦੋਂ ਆਪਾਂ ਵੈਸਟ ਦੇ ਵਿੱਚ, ਪੱਛਮ ਦੇ ਵਿੱਚ, ਰਾਜਸਥਾਨ ਦੇ ਥਾਰ ਮਾਰੂਥਲ ਦੇ ਵਿੱਚ ਜਾਂ ਥਾਰ ਡੈਜ਼ਰਟ ਦੇ ਵਿੱਚ ਦੇਖਦੇ ਆ, ਤਾਂ ਉੱਥੇ ਜੋ ਵਰਖਾ ਕੇਵਲ 20 ਸੈਂਟੀਮੀਟਰ ਸਾਲਾਨਾ ਹੁੰਦੀ ਆ, ਭਾਵ ਪੂਰੇ ਸਾਲ ਦੇ ਵਿੱਚ ਸਿਰਫ 20 ਸੈਂਟੀਮੀਟਰ ਹੀ ਵਰਖਾ ਹੁੰਦੀ ਹੈ। ਤਾਂ ਇਹਨਾਂ ਡਿਫਰੈਂਸਸ ਦੇ ਆਧਾਰ ਤੇ ਜਾਂ ਪੂਰੇ ਸਾਲ ਦੇ ਵਿੱਚ ਦੇਸ਼ ਦੇ ਵਿੱਚ ਪੈਣ ਵਾਲੀ ਵਰਖਾ ਦੇ ਮਾਤਰਾ ਦੇ ਆਧਾਰ ਤੇ, ਜੋ ਉੱਥੋਂ ਦਾ ਮਤਲਬ ਐਨੂਅਲ ਅਮਾਉਂਟ ਆਫ ਰੇਨਫਾਲ ਆ, ਉਸ ਦੇ ਆਧਾਰ ਤੇ ਕੰਟਰੀ ਨੂੰ 5 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ। ਤਾਂ ਉਹ ਕਿਹੜੇ ਕਿਹੜੇ ਨੇ? ਫਸਟ ਹੈ ਜੀ ਏਰੀਆ ਆਫ ਹੈਵੀ ਰੇਨਫਾਲ ਅਬਵ 200 ਸੈਂਟੀਮੀਟਰ, ਭਾਵ ਬਹੁਤ ਜ਼ਿਆਦਾ ਵਰਖਾ ਵਾਲੇ ਖੇਤਰ, 200 ਸੈਂਟੀਮੀਟਰ ਤੋਂ ਵੱਧ ਵਾਲੇ। ਇਸ ਤੋਂ ਬਾਅਦ ਦੂਸਰਾ ਪੁਆਇੰਟ ਹੈ ਜੀ ਏਰੀਆ ਆਫ ਹਾਈ ਰੇਨਫਾਲ ਫਰੋਮ 150 ਟੂ 200 ਸੈਂਟੀਮੀਟਰ, ਭਾਵ ਵੱਧ ਵਰਖਾ ਵਾਲੇ ਖੇਤਰ 150 ਸੈਂਟੀਮੀਟਰ ਤੋਂ ਲੈ ਕੇ 200 ਸੈਂਟੀਮੀਟਰ ਤੱਕ ਦੇ। ਤੀਸਰਾ ਹੈ ਜੀ ਏਰੀਆ ਆਫ ਮੋਡਰੇਟ ਰੇਨਫਾਲ ਫਰੋਮ 100 ਟੂ 150 ਸੈਂਟੀਮੀਟਰ, ਭਾਵ ਦਰਮਿਆਨੀ ਵਰਖਾ ਵਾਲੇ ਖੇਤਰ 100 ਸੈਂਟੀਮੀਟਰ ਤੋਂ ਲੈ ਕੇ 150 ਸੈਂਟੀਮੀਟਰ ਤੱਕ। ਤੇ ਚੌਥਾ ਹੈ ਜੀ ਏਰੀਆ ਆਫ ਲੋ ਰੇਨਫਾਲ ਫਰੋਮ 50 ਸੈਂਟੀਮੀਟਰ ਟੂ 100 ਸੈਂਟੀਮੀਟਰ, ਘੱਟ ਵਰਖਾ ਵਾਲੇ ਖੇਤਰ, ਭਾਵ 50 ਤੋਂ ਲੈ ਕੇ 100 ਸੈਂਟੀਮੀਟਰ ਤੱਕ। ਇਸ ਤੋਂ ਬਾਅਦ ਪੰਜਵਾਂ ਹੈ ਜੀ ਏਰੀਆ ਆਫ ਵੈਰੀ ਲੋ ਔਰ ਸਕੈਂਟੀ ਰੇਨਫਾਲ ਬਿਲੋ ਦਾ 50 ਸੈਂਟੀਮੀਟਰ, ਬਹੁਤ ਹੀ ਘੱਟ ਵਰਖਾ ਵਾਲੇ ਖੇਤਰ 50 ਸੈਂਟੀਮੀਟਰ ਤੋਂ ਵੀ ਘੱਟ।
ਇਸ ਵੀਡੀਓ ਦੇ ਵਿੱਚ ਇੰਨਾ ਹੀ। ਇਸ ਚੈਨਲ ਤੇ ਨਵੇਂ ਹਨ ਤੇ ਜਿਨ੍ਹਾਂ ਨੇ ਹਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਕਰ ਦੇਣਾ। ਧੰਨਵਾਦ।